ਪਿਆਰੇ ਦਰਸ਼ਕੋ, ਤੁਹਾਡਾ ਪੰਜਾਬਨਾਮਾ ਸ਼ੋਅ ਦੇ ਵਿੱਚ ਨਿੱਘਾ ਸਵਾਗਤ ਹੈ। ਇਹ ਸ਼ੋਅ ਦੇ ਵਿੱਚ ਮੇਰੇ ਨਾਲ ਉੱਘੇ ਪ੍ਰੋਫੈਸਰ ਮੁਹੰਮਦ ਖਾਲਿਦ ਨੇ। ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਮੁੱਦਿਆਂ ਤੋਂ ਭਟਕਦੀ ਜਾ ਰਹੀ ਹੈ। ਇਹ ਵਰਤਾਰਾ ਕਿਉਂ ਵਾਪਰ ਰਿਹਾ? ਹੁਣ ਛੋਟੇ ਛੋਟੇ ਦੋਸ਼ ਲਾ ਕੇ ਇੱਕ ਦੂਜੇ ਨੂੰ ਨਿੰਦਣ ਦਾ, ਇੱਕ ਦੂਜੇ ਦੇ ਖਿਲਾਫ ਭੜਕਾਟ ਕੱਢਣ ਦਾ ਕੰਮ ਜਿਹੜਾ ਸ਼ੁਰੂ ਹੋ ਰਿਹਾ। ਟਿਕਟਾਂ ਹੋ ਚੁੱਕੀਆਂ, ਹੁਣ ਵੀ ਟਿਕਟਾਂ ਵੇਚਣ ਦੇ ਦੋਸ਼ ਲੱਗ ਰਹੇ ਆ। ਮਤਲਬ ਇਹ ਮੁੱਦਿਆਂ ਤੋਂ ਜਿਹੜੀ ਸਿਆਸਤ ਭਟਕਦੀ ਜਾ ਰਹੀ ਹੈ, ਇਹ ਕਿੱਧਰ ਲੈ ਕੇ ਜਾਏਗੀ ਪੰਜਾਬ ਦੀਆਂ ਚੋਣਾਂ ਨੂੰ? ਪ੍ਰੈਸ ਸਾਹਿਬ, ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ। ਦੇਖੋ, ਇਦਾਂ ਹੈ ਜੰਮੂ ਸਾਹਿਬ ਕਿ ਜਦ ਤੋਂ ਇਲੈਕਸ਼ਨ ਦਾ ਸ਼ੁਰੂ ਹੋਇਆ, ਹਾਂਜੀ, ਉਸ ਵੇਲੇ ਤੋਂ ਲੈ ਕੇ ਆਪਾਂ ਦੇਖ ਰਹੇ ਹਾਂ ਕਿ ਜਾਣਬੁੱਝ ਕੇ ਪੋਲੀਟੀਕਲ ਲੀਡਰਸ ਨੇ ਔਰ ਪੋਲੀਟੀਕਲ ਪਾਰਟੀਆਂ ਨੇ ਸਲੋਲੀ ਤੇ ਗ੍ਰੈਜੂਅਲੀ ਮੁੱਦੇ ਜਿਹੜੇ ਹੈਗੇ ਆ ਉਹ ਕੈਂਪੇਨ ਚੋਂ ਵੀ गायब करते हैं, अपने नैरेटिव ਤੇ ਡਿਸਕੋਰਸ ਚੋਂ ਵੀ गायब करते हैं। ਔਰ ਲੜਾਈ ਜਿਹੜੀ ਹੈਗੀ ਹੈ ਚਿਹਰਿਆਂ ਦੀ ਲੜਾਈ ਦੇ ਉੱਪਰ ਸੀਮਤ ਹੋ ਕੇ ਰਹਿ ਗਈ ਹੈ, ਜਦ ਕਿ ਲੜਾਈ ਜਿਹੜੀ ਹੈਗੀ ਹੈ ਉਹ ਹੋਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਹੈਗੀ ਹੈ ਤੁਸੀਂ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹੋ, ਕਿਸ ਤਰੀਕੇ ਦੇ ਨਾਲ ਆਉਂਦੇ 5 ਸਾਲ ਕੀ ਦਸ਼ਾ ਤੁਸੀਂ ਦੇਣਾ ਚਾਹੁੰਦੇ ਹੋ ਸਟੇਟ ਨੂੰ। ਲੇਕਿਨ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਗਾਇਬ ਹੈ। ਕੋਈ ਕਿਸੇ ਦਾ ਪਿਛੋਕੜ ਫਰੋਲ ਰਿਹਾ ਹੈ, ਕੋਈ ਕਿਸੇ ਦੀ ਹਿਸਟਰੀ ਫਰੋਲ ਰਿਹਾ ਹੈ, ਜਿਹੜੇ ਮੁੱਦੇ ਹੈਗੇ ਆ ਉਹ ਗਾਇਬ। ਇਹ ਮੈਨੂੰ ਇਦਾਂ ਲੱਗਦਾ ਹੈ ਕਿ ਸਾਰਾ ਕੁਝ ਜਿਹੜਾ ਹੈਗਾ ਅਚਨਚੇਤ ਨਹੀਂ ਹੈ, ਬਲਕਿ ਇੱਕ ਡੈਲੀਬਰੇਟ ਐਫਰਟ ਹੈ ਵੋਟਰ ਨੂੰ ਜਿਹੜਾ ਹੈਗਾ ਗੁੰਮਰਾਹ ਕਰਨ ਦੀ, ਵੋਟਰ ਨੂੰ ਚੀਟ ਕਰਨ ਦੀ ਇੱਕ ਵਾਰ ਫੇਰ ਦੁਬਾਰਾ, ਤਾਂ ਕਿ ਮੁੱਦੇ ਡਿਸਕਸ ਨਾ ਹੋਣ, ਚਿਹਰੇ ਡਿਸਕਸ ਹੋਣ ਔਰ ਲੋਕ ਜਿਹੜੇ ਹੈਗੇ ਆ ਉਹ ਚਿਹਰੇ ਡਿਸਕਸ ਕਰਨ ਔਰ ਹੋ ਵੀ ਰਿਹਾ, ਜਿਹੜਾ ਕਿ ਸਾਡੇ ਸਟੇਟ ਵਾਸਤੇ ਔਰ ਸਾਡੇ ਜਿਹੜੇ ਵੋਟਰ ਹੈ ਉਹਦੇ ਵਾਸਤੇ ਕੋਈ ਅੱਛੀ ਗੱਲ ਨਹੀਂ ਹੈ। ਹੁਣ ਜਿਸ ਵੇਲੇ ਤੁਸੀਂ ਇਲੈਕਸ਼ਨ ਦੇ ਮੋਡ ਦੇ ਵਿੱਚ ਆ ਗਏ ਹੋ, ਸਿਰਫ 7 ਦਿਨ ਰਹਿ ਗਏ ਆ, ਉਸ ਤੋਂ ਬਾਅਦ ਤਾਂ ਜਿਹੜਾ ਹੈਗਾ 2 ਦਿਨ ਤੁਹਾਡਾ ਹੈਗਾ ਕੈਂਪੇਨਿੰਗ ਬੰਦ ਹੋ ਜਾਣੀ ਹੈ ਔਰ ਇਲੈਕਸ਼ਨ ਹੋ ਜਾਣਾ ਹੈ। ਇਹਨਾਂ 7 ਦਿਨਾਂ ਦੇ ਵਿੱਚ ਹੁਣ ਜਿਹਨੂੰ ਜੋ ਟਿਕਟ ਮਿਲੀ, ਕਿਵੇਂ ਮਿਲੀ, ਕਿਹਨੇ ਦਿੱਤੀ, ਕਿਹੜੇ ਰੋਲ ਪਲੇ ਹੋਏ, ਉਹ ਹੁਣ ਪਿੱਛੇ ਰਹਿ ਗਿਆ। ਹੁਣ ਤਾਂ ਹੈਗਾ ਕਿ ਤੁਸੀਂ ਇਲੈਕਸ਼ਨ ਲੜਨਾ ਹੈ ਤੇ ਅਗਲੀ ਜਿਹੜੀ ਹੈਗੀ ਹੈ ਸਰਕਾਰ ਬਣਾਉਣ ਦੇ ਵਿੱਚ ਕਿਹਦੀ ਕੀ ਭੂਮਿਕਾ ਬਣਨੀ ਹੈ ਉਹ ਸਾਰਾ ਡਿਸਕਸ ਹੋਵੇ ਔਰ ਲੋਕਾਂ ਦੇ ਸਾਹਮਣੇ ਆਹ 7 ਦਿਨਾਂ ਦੇ ਵਿੱਚ ਰੱਖਿਆ ਜਾਵੇ ਕਿ ਸਾਡਾ ਕੀ ਰੋਡ ਮੈਪ ਹੈ ਸਟੇਟ ਵਾਸਤੇ। ਔਰ ਲੋਕ ਕੁਐਸਚਨ ਪੁੱਛ ਕਰਨ ਪੋਲੀਟੀਕਲ ਲੀਡਰਸ ਨੂੰ, ਜਿਹੜੇ 2-2 3-3 ਸਾਲ ਤੋਂ ਆਪਣੇ ਬਾਹਰ ਤੋਂ ਆਪਣੀਆਂ ਕੰਸਟੀਚੁਐਂਸੀਜ਼ ਨੂੰ ਰਿਪਰੈਜ਼ੈਂਟ ਕਰ ਰਹੇ ਹੈ, ਮੰਤਰੀ ਰਹੇ ਹੈ, ਉਹਨਾਂ ਤੋਂ ਸਵਾਲ ਪੁੱਛੇ ਜਾਣ ਕਿ ਤੁਸੀਂ ਦੱਸੋ ਵੀ ਤੁਸੀਂ ਪਹਿਲਾਂ ਕੀ ਕੀਤਾ, ਕੀ ਨਹੀਂ ਕੀਤਾ, ਕਿਉਂ ਨਹੀਂ ਕੀਤਾ, ਅੱਗੇ ਨੂੰ ਕੀ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਤੁਹਾਡੇ ਕੋਲ ਰਿਸੋਰਸਿਸ ਕਿੱਥੇ ਹੈ, ਤੁਹਾਡਾ ਕੀ ਵਿਜ਼ਨ ਹੈ, ਕੀ ਤੁਹਾਡਾ ਰੋਡ ਮੈਪ ਹੈਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਸਵਾਲ ਪੁੱਛਣਾ ਚਾਹੀਦਾ ਹੈ, ਇਹਨਾਂ ਲੀਡਰਾਂ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਿਹੜਾ ਹੈਗਾ ਰਿਪਰੈਜ਼ੈਂਟ ਕੀਤਾ ਹੈ ਔਰ ਸਰਕਾਰ ਦੇ ਵਿੱਚ ਰਹੇ ਹੈ, ਚਾਹੇ ਕੋਈ 2 ਦਹਾਕਿਆਂ ਤੋਂ ਹੋਵੇ, ਕੋਈ 3 ਦਹਾਕਿਆਂ ਤੋਂ ਹੋਵੇ, ਕੋਈ ਚਾਹੇ 4 ਵਾਰ ਐਮਐਲਏ ਰਿਹਾ ਹੋਵੇ। ਇਹ ਇਸ ਵੇਲੇ ਸਿਚੁਏਸ਼ਨ ਇਹ ਹੈ। ਲੇਕਿਨ ਹੁਣ ਵੀ ਅਗਰ ਤੁਸੀਂ ਉਹੀ ਪੁਰਾਣੀਆਂ ਚੀਜ਼ਾਂ ਡਿਸਕਸ ਕਰੋਗੇ ਤਾਂ ਜਿਹੜਾ ਹੈਗਾ ਇਹਦਾ ਮਤਲਬ ਤੁਸੀਂ ਵੋਟਰ ਨੂੰ ਬੇਵਕੂਫ ਬਣਾਉਣੇ ਹੋ ਜਾਂ ਬੇਵਕੂਫ ਸਮਝਦੇ ਹੋ। ਡਾਕਟਰ ਸਾਹਿਬ, ਇੱਕ ਦੇਖੋ ਤੁਸੀਂ, ਮਤਲਬ ਇੱਥੇ ਹੀ ਨਹੀਂ ਗੱਲ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਜਵਾਬ ਦਿੱਤਾ ਰਾਸ਼ਟਰਪਤੀ ਦੇ ਧੰਨਵਾਦ ਮਤੇ ਤੇ, ਜਿਹੜੇ ਬੁਨਿਆਦੀ ਮੁੱਦੇ ਸੀ ਉਹਨਾਂ ਦੀ ਕਿਸੇ ਦੀ ਗੱਲ ਨਹੀਂ ਕੀਤੀ। ਜਿਹੜੀਆਂ ਯੂਪੀ ਦੀਆਂ ਚੋਣਾਂ ਜਾਂ ਪੰਜਾਬ ਦੀਆਂ ਚੋਣਾਂ 'ਚ ਵੀ ਆਣ ਕੇ ਉਹਨਾਂ ਨੇ ਭਾਸ਼ਣ ਕੀਤੇ, ਉਹਨਾਂ ਦੇ ਵਿੱਚ ਵੀ ਬੁਨਿਆਦੀ ਮੁੱਦੇ ਜਿਹੜੇ ਗਾਇਬ ਸੀਗੇ। ਉਹ ਜਿਹਾ ਰੁਝਾਨ ਜਿਹੜਾ ਸਾਡੇ ਜਿਹੜੇ ਪੋਲੀਟੀਸ਼ੀਅਨ ਆ ਇੱਥੇ ਪੰਜਾਬ ਦੇ ਜਾਂ ਉਮੀਦਵਾਰ ਨੇ ਜਾਂ ਪਾਰਟੀਆਂ ਦੇ ਪ੍ਰਧਾਨ ਨੇ, ਉਹਨਾਂ ਦੀ ਵੀ ਹਾਲਤ ਇਹੋ ਜਿਹੀ ਹੈ। ਮਤਲਬ ਪੰਜਾਬ ਤੇ ਜਿਹੜਾ ਰੈਸਟ ਆਫ ਇੰਡੀਆ ਜਾਂ ਬਾਕੀ 4 ਸੂਬਿਆਂ 'ਚ ਹੋਰ ਚੋਣਾਂ ਹੋ ਰਹੀਆਂ, ਉਹਨਾਂ ਦੀ ਵੀ ਹਾਲਤ ਇਹੋ ਜਿਹੀ ਲੱਗਦੀ ਹੈ। ਦੇਖੋ, ਜਿੱਥੇ ਤੱਕ ਤਾਂ ਪ੍ਰਧਾਨ ਮੰਤਰੀ ਦਾ ਜਿਹੜਾ ਜਵਾਬ ਸੀਗਾ ਰਾਸ਼ਟਰਪਤੀ ਦੇ ਸਪੀਚ ਦੇ ਉੱਪਰ, ਹਾਂਜੀ, ਧੰਨਵਾਦ ਦੇ ਭਾਸ਼ਣ ਦੇ ਵਿੱਚ, ਹਾਂਜੀ, ਧੰਨਵਾਦ, ਉਹਦੇ ਵਿੱਚ ਰੈਟਰਿਕ ਜ਼ਿਆਦਾ ਸੀਗਾ। ਹਾਂਜੀ, ਉਹਦੇ ਵਿੱਚ ਰੈਟਰਿਕ ਜ਼ਿਆਦਾ ਸੀਗਾ। ਉਹਦੇ ਵਿੱਚ ਉਹੀ 1984, ਉਹੀ ਐਮਰਜੈਂਸੀ, ਉਹੀ ਸਾਰਾ ਕੁਝ ਵੀ ਤੁਹਾਨੂੰ ਜਿਸ ਵੇਲੇ ਸੱਤਾ ਲੈਤੀ ਹੈ, ਹਾਂਜੀ, 2014 ਤੇ 2019 ਦੇ ਵਿੱਚ ਤੁਸੀਂ ਸੱਤਾ ਲੈਤੀ ਵਿਕਾਸ ਦੇ ਮੁੱਦੇ ਦੇ ਉੱਪਰ, ਹਾਂਜੀ, ਤੁਸੀਂ ਵਿਕਾਸ ਕੀ ਕੀਤਾ ਉਹ ਤਾਂ ਸਾਹਮਣੇ ਰੱਖੋ। ਤੁਸੀਂ ਇਹ ਤਾਂ ਸਾਹਮਣੇ ਰੱਖੋ ਕਿ ਕੀ ਵਾਅਦੇ ਕੀਤੇ ਗਏ ਸੀਗੇ, ਉਹਨਾਂ ਵਿੱਚੋਂ ਕਿੰਨੇ ਪੂਰੇ ਹੋਏ ਜਾਂ ਨਹੀਂ ਹੋਏ। ਤੁਸੀਂ ਉਹੀ ਇਮੋਸ਼ਨਲ ਮੁੱਦੇ ਜਿਹੜੇ ਹੈਗੇ ਆ, ਤੁਸੀਂ ਯੂਪੀ ਜਾਂਦੇ ਹੋ, ਉੱਥੇ ਕਹਿੰਦੇ ਹੋ ਜੀ ਵੀ
ਬਾਕੀ ਸਾਰਿਆਂ ਵਾਸਤੇ ਕੁਝ ਮਰਜ਼ੀ ਹੋਵੇ, ਗਾਏ ਸਾਡੀ ਸਭ ਤੋਂ ਉਹ ਹੈਗੀ ਹੈ। ਯਾਨੀ ਤੁਸੀਂ ਇਮੋਸ਼ਨਸ ਦੇ ਉੱਪਰ ਲੋਕਾਂ ਦੇ ਖੇਲਣਾ ਚਾਹੁੰਦੇ ਹੋ। ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਉਹੀ ਬਰਗਾੜੀ ਔਰ ਬੇਅਦਬੀ, ਰੇਤਾ, ਬਜਰੀ, ਉਹ ਸਾਰੀਆਂ ਚੀਜ਼ਾਂ। ਲੇਕਿਨ ਫਿਊਚਰ ਦੇ ਵਿੱਚ ਤੁਸੀਂ ਸਟੇਟ ਨੂੰ ਕਿੱਧਰ ਨੂੰ ਲੈ ਕੇ ਜਾਣਾ ਹੈ, ਕੀ ਉਹਦੀ ਸੇਧ ਹੋਊਗੀ, ਉਹਦੇ ਬਾਰੇ ਤੁਹਾਡੇ ਕੋਲ ਕੁਝ ਕਹਿਣ ਨੂੰ ਨਹੀਂ ਹੈ ਨਾ। ਜਾਂ ਤਾਂ ਤੁਹਾਡੇ ਕੋਲ ਕਹਿਣ ਨੂੰ ਨਹੀਂ ਹੈ, ਜਾਂ ਤੁਸੀਂ ਕਹਿਣਾ ਨਹੀਂ ਚਾਹੁੰਦੇ, ਜਿਹਦੀ ਵਜ੍ਹਾ ਕਰਕੇ ਕੀ ਹੈ ਕਿ ਫੇਸਿਸ ਦੀ, ਚਿਹਰਿਆਂ ਦੀ ਲੜਾਈ, ਜਿਵੇਂ ਤੁਸੀਂ ਕਿਹਾ, ਬਣ ਕੇ ਰਹਿ ਗਈ ਹੈ। ਬਜਾਏ ਇਸ ਦੇ ਕਿ ਸੜਕ ਦੀ ਗੱਲ ਹੋਵੇ, ਬਿਜਲੀ ਦੀ ਗੱਲ ਹੋਵੇ, ਥਰਮਲ ਪਲਾਂਟਾਂ ਦੀ ਗੱਲ ਹੋਵੇ, ਐਜੂਕੇਸ਼ਨ ਇੰਸਟੀਟਿਊਸ਼ਨਸ ਦੀ ਗੱਲ ਹੋਵੇ, ਯੂਨੀਵਰਸਿਟੀਆਂ ਦੇ ਵਿੱਚ ਖਾਲੀ ਪਈਆਂ ਪੋਸਟਾਂ ਦੀ ਗੱਲ ਹੋਵੇ, ਸਕੂਲਾਂ ਦੀ ਅੱਛੀ ਦੁਰਦਸ਼ਾ ਨੂੰ ਠੀਕ ਕਰਨ ਦੀ ਗੱਲ ਹੋਵੇ, ਇਹ ਸਾਰੀਆਂ ਚੀਜ਼ਾਂ ਤੁਸੀਂ ਡਿਸਕਸ ਨਹੀਂ ਕਰਦੇ, ਬਲਕਿ ਹੋਰ ਹੀ ਪਾਸੇ ਤੁਰੇ ਫਿਰੀ ਜਾਂਦੇ ਹੋ। ਨਹੀਂ, ਇਹ ਜਿਹੜੀ ਤੁਸੀਂ ਗੱਲ ਠੀਕ ਕਹੀ ਕਿ ਇੱਛਾ ਸ਼ਕਤੀ ਉਹ ਨਹੀਂ ਹੈਗੀ। ਮਤਲਬ ਵੀ ਆਹ ਸਟੇਟ ਨੂੰ ਮੁੱਦੇ ਫੇਸ ਨੇ, ਮਤਲਬ ਆਰਥਿਕ ਦਿਸ਼ਾ ਆ ਹੈ, ਉਹਦੇ ਬਾਰੇ ਜਾਂ ਜਿਹੜੇ ਹੋਰ ਮਾਮਲੇ ਉਹਨਾਂ ਦੇ ਕੋਈ ਗੱਲ ਨਹੀਂ ਹੋ ਰਹੀ। ਸਿੰਪਲ ਮਤਲਬ ਵੀ ਇਹਨੇ ਫਲਾਣੇ ਨੇ ਆ ਕੀਤਾ ਸੀ, ਆ ਨਹੀਂ ਕੀਤਾ, ਉਹਨੂੰ ਲੈ ਕੇ ਜ਼ਿਆਦਾ ਜਿਹੜੀ ਚਰਚਾ ਹੈਗੀ ਆ। ਜਾਂ ਇਹ ਹੈ ਵੀ ਕੋਈ ਮੰਦਰ ਜਾ ਰਿਹਾ, ਕੋਈ ਹੋਰ ਕਿਸੇ ਥਾਂ ਦੇ ਉੱਪਰ ਜਾ ਰਿਹਾ, ਮਤਲਬ ਮੁੱਦਿਆਂ ਨੂੰ ਕਿਹੜੇ ਪਾਸੇ ਵੱਲ ਤੋਰਿਆ ਜਾ ਰਿਹਾ। ਜਿਹੜਾ ਨੈਸ਼ਨਲ ਪੱਧਰ ਦੇ ਉੱਪਰ ਕੁਝ ਗੱਲਾਂ ਹੋ ਰਹੀਆਂ, ਉਹੀ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਰਹੀਆਂ। ਇਹਦੇ ਨਾਲ ਮੇਰਾ ਖਿਆਲ ਸਾਡੀ ਜਿਹੜੀ ਸਟੇਟ ਆ, ਪੰਜਾਬ ਹੈ, ਇਹ ਹੋਰ ਪਿੱਛੇ ਜਾਏਗਾ, ਮੈਨੂੰ ਤਾਂ ਇਹ ਲੱਗਦਾ। ਦੇਖੋ ਜੀ, ਕਿਸੇ ਵੀ ਸਟੇਟ ਨੂੰ ਅੱਗੇ ਲਿਜਾਣ ਵਾਸਤੇ, ਔਰ ਖਾਸ ਤੌਰ ਪਰ ਪੰਜਾਬ ਨੂੰ, ਜਿਹੜਾ ਕਿ ਇੱਕ ਬਹੁਤ ਵੱਡੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਨੂੰ ਲੰਘ ਰਿਹਾ, ਜਿਹਦੇ ਪਰ ਆਪਾਂ ਨੂੰ ਪਤਾ ਹੈ ਕਿ ਕਿੰਨਾ ਕਰਜ਼ਾ ਹੈਗਾ, ਔਰ ਕਰਜ਼ੇ ਦੀ ਅਦਾਇਗੀ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਮੁੱਦਾ ਹੈ, ਜਿਹਦੇ ਬਾਰੇ ਕੋਈ ਡਿਸਕਸ਼ਨ ਨਹੀਂ ਹੋ ਰਹੀ। ਹਾਂਜੀ, ਤੁਸੀਂ ਕੋਈ ਡਿਸਕਸ਼ਨ ਨਹੀਂ ਕਰ ਰਹੇ ਕਿ ਸਾਡੇ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਸੈਂਟਰਲ ਸਰਵਿਸਿਜ਼ ਦੇ ਵਿੱਚ ਕਿਉਂ ਘਟ ਰਹੀ ਹੈ। ਆਈਏਐਸ ਪਹਿਲਾਂ ਕਿੰਨੇ ਹੁੰਦੇ ਸੀਗੇ, ਹੁਣ ਕਿੰਨੇ % ਰਹਿ ਗਏ ਆ। ਦੂਸਰੀਆਂ ਸਰਵਿਸਿਜ਼ ਦੇ ਵਿੱਚ, ਸੈਂਟਰਲ ਸਰਵਿਸਿਜ਼ ਦੇ ਵਿੱਚ ਸਾਡੀ ਕੀ ਭਾਗੀਦਾਰੀ ਹੈ, ਕੋਈ ਡਿਸਕਸ ਨਹੀਂ ਕਰ ਰਿਹਾ। ਕੋਈ ਡਿਸਕਸ ਨਹੀਂ ਕਰ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਕਿਵੇਂ ਹੋਏਗੀ ਤੇ ਉਹਦੇ ਵਾਸਤੇ ਪੈਸਾ ਕਿੱਥੋਂ ਆਏਗਾ। ਕੋਈ ਡਿਸਕਸ ਨਹੀਂ ਕਰ ਰਿਹਾ ਕਿ ਹਸਪੀਟਲ ਜਿਹੜੇ ਹੈਗੇ ਆ ਬੈਸਟ, ਜਾਂ ਜਿਹੜੀ ਪਲਾਨ ਕਰ ਗਈ ਇੰਡਸਟਰੀ, ਉਹਨੂੰ ਕਿਸ ਤਰੀਕੇ ਦੇ ਨਾਲ ਵਾਪਸ ਲਿਆਂਦਾ ਜਾਏਗਾ, ਜਾਂ ਨਵਾਂ ਇੰਡਸਟਰੀਅਲ ਰੋਡ ਮੈਪ ਕੀ ਹੋਏਗਾ ਸਟੇਟ ਦਾ, ਉਹਦੇ ਬਾਰੇ ਕੋਈ ਡਿਸਕਸ ਨਹੀਂ ਹੋ ਰਿਹਾ। ਤੁਸੀਂ ਬਿਜਲੀ ਮਹਿੰਗੀ ਖਰੀਦ ਕੇ ਸਸਤੀ ਵੇਚ ਰਹੇ ਹੋ, ਜਾਂ ਸਸਤੀ ਖਰੀਦ ਕੇ ਮਹਿੰਗੀ ਵੇਚ ਰਹੇ ਹੋ। ਤੁਹਾਡੇ ਕੋਲ ਆਪਣੇ ਰਿਸੋਰਸਿਸ ਕਿੱਥੇ ਹੈ ਬਿਜਲੀ ਦੇ, ਥਰਮਲ ਪਲਾਂਟਾਂ ਬਾਰੇ ਕੋਈ ਡਿਸਕਸ ਨਹੀਂ ਹੋ ਰਿਹਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੀਆਂ ਕਿ ਬਹੁਤ ਹੀ ਇੰਪੋਰਟੈਂਟ ਹੈ ਸਟੇਟ ਵਾਸਤੇ। ਤੁਸੀਂ ਕਿਸੇ ਵੇਲੇ ਸਟੇਟ ਨੰਬਰ 1 ਹੁੰਦਾ ਸੀਗਾ ਪਰ ਕੈਪੀਟਾ ਇਨਕਮ ਦੇ ਵਿੱਚ, ਅੱਜ ਅਸੀਂ ਕਿੱਥੇ ਖੜੇ ਹਾਂ ਪਰ ਕੈਪੀਟਾ ਇਨਕਮ ਦੇ ਵਿੱਚ ਇੰਡੀਆ ਦੇ ਵਿੱਚ, ਉਹ ਕੋਈ ਡਿਸਕਸ ਨਹੀਂ ਕਰ ਰਿਹਾ। ਕੋਈ ਬੇਰੋਜ਼ਗਾਰੀ ਦਾ ਮੁੱਦਾ ਡਿਸਕਸ ਨਹੀਂ ਕਰ ਰਿਹਾ ਕਿ ਬੇਰੋਜ਼ਗਾਰੀ ਇੰਨੀ ਜ਼ਿਆਦਾ ਹੈਗੀ ਹੈ ਕਿ ਸਾਡੇ ਸਾਰੇ ਨੌਜਵਾਨ ਜਿਹੜੇ ਹੈਗੇ ਆ ਉਹ ਇੱਥੇ ਰਹਿਣਾ ਨਹੀਂ ਚਾਹੁੰਦੇ, ਬਲਕਿ ਕੋਈ ਕੈਨੇਡਾ ਨੂੰ ਭੱਜ ਰਿਹਾ, ਕੋਈ ਆਸਟ੍ਰੇਲੀਆ ਨੂੰ ਭੱਜ ਰਿਹਾ। ਹਰ ਤਰ੍ਹਾਂ ਦਾ ਹਰਬਾ ਹੀਲਾ ਇਸਤੇਮਾਲ ਕਰਕੇ ਆਪਣੀ ਪੈਲੀ ਜਿਹੜੀ ਹੈਗੀ ਆ ਵੇਚ ਕੇ, ਗਹਿਣੇ ਰੱਖ ਕੇ, ਸਾਡੇ 'ਚ ਇੰਨੇ ਕਿੰਨੇ ਕੁ ਕੀੜੇ ਪੈ ਗਏ ਆ ਸਾਡੇ ਸਟੇਟ ਦੇ ਵਿੱਚ ਕਿ ਕੋਈ ਨੌਜਵਾਨ ਇੱਥੇ ਰਹਿਣਾ ਚਾਹੁੰਦਾ। ਇਹ ਮੁੱਦੇ ਕਿਉਂ ਨਹੀਂ ਡਿਸਕਸ ਹੋ ਰਹੇ? ਦੇਖੋ ਡਾਕਟਰ ਸਾਹਿਬ, ਇੱਕ ਗੱਲ ਬੜੀ ਰੌਚਕ ਹੈਗੇ ਕਿ ਜਿਹੜੇ ਪਾਰਲੀਮੈਂਟ ਦੇ ਵਿੱਚ ਅੰਕੜੇ ਪੇਸ਼ ਕੀਤੇ ਗਏ, 9000 ਤੋਂ ਵੱਧ ਜਿਹੜੇ ਨੌਜਵਾਨ ਆ ਰੁਜ਼ਗਾਰ ਨਾ ਮਿਲਣ ਕਰਕੇ, ਬੇਰੁਜ਼ਗਾਰੀ ਦੀ ਵਜ੍ਹਾ ਕਰਕੇ ਉਹ ਖੁਦਕੁਸ਼ੀਆਂ ਕਰ ਗਏ। ਮਤਲਬ ਖੁਦਕੁਸ਼ੀਆਂ ਵਪਾਰੀ ਵੀ ਕਰਨ ਲੱਗੇ ਆ, ਜਿਨ੍ਹਾਂ ਦੇ ਬਿਜ਼ਨਸ ਫੇਲ ਹੋਏ ਕਰੋਨਾ ਕਾਲ ਦੇ ਵਿੱਚ, ਤੇ ਉਹਨਾਂ ਦੇ ਵਿੱਚ ਨੌਜਵਾਨਾਂ ਦੀ ਗਿਣਤੀ ਵੱਡੀ ਹੈ। ਉਹ ਪੂਰੇ ਦੇਸ਼ ਦਾ ਅੰਕੜਾ ਹੈ ਤੇ ਪੰਜਾਬ ਵੀ ਉਹਦੇ ਵਿੱਚ ਸ਼ਾਮਲ ਹੈ। ਇਹਦੇ ਜਿਹੜਾ ਬੇਰੁਜ਼ਗਾਰੀ ਦਾ ਬਹੁਤ ਹੀ ਸੀਰੀਅਸ ਮੁੱਦਾ, ਉਹਦੇ ਬਾਰੇ ਕੋਈ ਸੀਰੀਅਸ ਗੱਲ ਹੀ ਨਹੀਂ ਹੋ ਰਹੀ। ਮਤਲਬ ਦੇਖੋ ਜੀ, ਮੈਂ ਤੁਹਾਨੂੰ ਦੱਸਦਾ ਕਿ ਜਿੱਥੇ ਤੱਕ ਤਾਂ ਬੇਰੁਜ਼ਗਾਰੀ ਦਾ ਸਵਾਲ ਹੈ ਤੇ ਇਕਨੋਮਿਕ ਡਿਵੈਲਪਮੈਂਟ ਦਾ ਸਵਾਲ ਹੈ, ਜਦਾਂ ਡੀਮੋਨੇਟਾਈਜੇਸ਼ਨ ਹੋਈ ਹੈ, ਹਾਂਜੀ, ਉਸ ਤੋਂ ਬਾਅਦ ਜੋ ਅਨਆਰਗੇਨਾਈਜ਼ਡ ਸੈਕਟਰ ਨੂੰ ਧੱਕਾ ਵੱਜਿਆ, ਔਰ ਜਿਹੜਾ ਡੇਲੀ ਦਿਹਾੜੀ ਮਜ਼ਦੂਰ ਥਾ, ਜਿਸ ਤਰੀਕੇ ਦੇ ਨਾਲ ਉਹ, ਔਰ ਲੋਕ ਜਿਹੜੇ ਅਸੀਂ ਪਿਛਲੇ 20 ਸਾਲ ਤੋਂ ਕੋਸ਼ਿਸ਼ ਕਰਕੇ ਸਰਕਾਰਾਂ ਨੇ ਲੋਕਾਂ ਨੂੰ ਗਰੀਬੀ ਦੀ ਰੇਖਾ ਤੋਂ ਉੱਪਰ ਚੱਕਿਆ ਸੀਗਾ, ਉਹ ਸਾਰੇ ਥੱਲੇ ਨਿਗਰ ਗਏ, ਦੁਬਾਰਾ ਗਰੀਬੀ ਦੀ ਰੇਖਾ ਤੋਂ ਨੀਚੇ ਚਲੇ ਗਏ। ਉਹ ਚੀਜ਼ ਜਿਹੜੀ ਹੈਗੀ ਹੈ ਇਹ ਨੈਸ਼ਨਲ ਲੈਵਲ ਤੇ ਹੈ। ਔਰ ਅਨਐਮਪਲੋਇਮੈਂਟ ਦੀ ਜਿਹੜੀ ਦਰ ਹੈ ਉਹ ਮੇਰੇ ਖਿਆਲ ਹੈ ਪਿਛਲੇ 40 ਸਾਲ ਦੇ ਵਿੱਚ ਕਦੇ ਇੰਨੀ ਨਹੀਂ ਹੋਣੀ ਜਿੰਨੀ ਇਸ ਵੇਲੇ ਅਨਐਮਪਲੋਇਮੈਂਟ ਦੀ ਦਰ ਹੈ ਨੈਸ਼ਨਲ ਲੈਵਲ ਤੇ। ਹੁਣ ਰਹਿ ਗਿਆ ਸਟੇਟ ਦੀ ਗੱਲ। ਮੈਂ ਤੁਹਾਨੂੰ ਦੱਸਦਾ ਵੀ ਸਟੇਟ ਦੇ ਵਿੱਚ ਵੀ, ਸਾਡੇ ਪੰਜਾਬ ਦੇ ਵਿੱਚ ਵੀ ਇਹੀ ਹਾਲ ਹੈ ਕਿ ਦੋ ਤਰ੍ਹਾਂ ਦੇ ਬੇਰੁਜ਼ਗਾਰ ਹੈਗੇ ਆ, ਇੱਕ ਸਕਿਲਡ ਲੇਬਰ ਹੈ ਤੇ ਇੱਕ ਅਨਸਕਿਲਡ ਲੇਬਰ ਹੈ।
ਸਕਿਲਡ ਲੇਬਰ ਵਾਸਤੇ ਓਪਰਚੁਨਿਟੀਜ਼ ਓਪਨ ਨਹੀਂ ਹਨ ਕਰ ਰਹੇ ਅਸੀਂ। ਇੰਡਸਟਰੀ ਦਾ ਵਿਕਾਸ ਨਹੀਂ ਹੋ ਰਿਹਾ, ਸਰਵਿਸ ਸੈਕਟਰ ਦਾ ਵਿਕਾਸ ਜ਼ਿਆਦਾ ਨਹੀਂ ਹੋ ਰਿਹਾ, ਜਿਹਦੀ ਵਜ੍ਹਾ ਕਰਕੇ ਅਨਐਮਪਲੋਇਮੈਂਟ ਹੈ। ਈਵਨ ਮਨਰੇਗਾ ਜਿਹੜਾ ਕਿ ਇੱਕ ਬਹੁਤ ਵੱਡੀ ਸਕੀਮ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਚੱਲੀ ਸੀਗੀ, ਉਹਦੇ ਵਿੱਚ ਵੀ ਇਹ ਸੀਗਾ ਕਿ ਲੋਕਾਂ ਨੂੰ ਰੋਜ਼ਗਾਰ ਪਾਰਟਿਕੂਲਰ 3 ਮਹੀਨੇ ਜਾਂ 6 ਮਹੀਨੇ ਵਾਸਤੇ ਦਿਆਂਗੇ ਸਾਲ ਦੇ ਵਿੱਚ। ਉਹ ਵੀ ਬਹੁਤ ਘੱਟ, ਮੇਰਾ ਖਿਆਲ ਹੈ 100 ਦਿਨ ਜਾਂ 109-10 ਦਿਨ ਦੇ ਕਰੀਬ ਰੋਜ਼ਗਾਰ ਮਨਰੇਗਾ ਦੇ ਵਿੱਚ ਮਿਲ ਰਿਹਾ ਹੈ, ਉਹ ਵੀ ਪੂਰਾ ਨਹੀਂ ਮਿਲ ਰਿਹਾ। ਤਾਂ ਮੇਰੇ ਕਹਿਣ ਦਾ ਮਤਲਬ ਹੈਗਾ ਕਿ ਅਨਐਮਪਲੋਇਮੈਂਟ ਚਾਹੇ ਆਰਗੇਨਾਈਜ਼ ਸੈਕਟਰ 'ਚ ਹੈ ਚਾਹੇ ਅਨਆਰਗੇਨਾਈਜ਼ ਸੈਕਟਰ ਦੇ ਵਿੱਚ ਹੈ, ਉਹ ਇੱਕ ਬਹੁਤ ਵੱਡਾ ਮੁੱਦਾ ਹੈ। ਉਹਦੇ ਬਾਰੇ ਪੋਲੀਟੀਕਲ ਲੀਡਰਸ ਦੇ ਉੱਪਰ ਕੋਈ ਵਿਜ਼ਨ ਨਹੀਂ ਹੈ, ਕੋਈ ਸੋਚ ਨਹੀਂ ਹੈ, ਕੋਈ ਉਹਨਾਂ ਕੋਲ ਗੱਲ ਕਹਿਣ ਨੂੰ ਨਹੀਂ ਹੈ ਇਹਦੇ ਬਾਰੇ। ਉਹ ਕਹਿਣਾ ਹੀ ਨਹੀਂ ਚਾਹੁੰਦੇ ਇਨਫੈਕਟ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਟਫ ਕੁਐਸਚਨਸ ਹੁੰਦੇ ਆ, ਉਹ ਟਫ ਕੁਐਸਚਨ ਉਹ ਫੇਸ ਹੀ ਨਹੀਂ ਕਰਨਾ ਚਾਹੁੰਦੇ। ਉਹਨਾਂ ਨੂੰ ਬੜੀ ਕਨਵੀਨੀਅੰਟ ਸਵਾਲ ਹੈਗੇ ਆ ਜਾਂ ਜਵਾਬ ਉਹੀ ਆਪਣੇ ਬਰਗਾੜੀ, ਉਹੀ ਸਾਰਾ ਕੁਝ, ਮਤਲਬ ਇਮੋਸ਼ਨਲ ਉਹ ਜਾਂ ਚਿਹਰੇ ਕਿ ਉਹਨੇ ਇਦਾਂ ਕਿਹਾ ਸੀਗਾ, ਉਹਨੇ ਇਦਾਂ ਕਿਹਾ ਸੀਗਾ, ਉਹ ਚੀਜ਼ਾਂ ਡਿਸਕਸ ਹੋ ਰਹੀਆਂ। ਡਾਕਟਰ ਸਾਹਿਬ, ਇਹ ਜਿਹੜੀ ਸਥਿਤੀ ਹੈ ਪੰਜਾਬ ਦੀ, ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ, ਵੱਖ-ਵੱਖ ਪਾਰਟੀਆਂ ਦੇ ਆਗੂ ਹੈ, ਜੇ ਬੁਨਿਆਦੀ ਮੁੱਦਿਆਂ ਦੇ ਉੱਪਰ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਤੇ ਸਟੇਟ ਜਾਏਗੀ ਕਿੱਧਰ? ਇਹ ਜਿਹੜੇ ਮਾਮਲੇ ਨੇ ਸਾਰੇ ਹੋਰ ਵੱਧ ਜਾਣਗੇ ਤੇ ਇਹਦੇ ਨਾਲ ਸਟੇਟ ਦੀ ਜਿਹੜੀ ਦਿਸ਼ਾ ਤੇ ਦਸ਼ਾ ਦੋਨੇ ਹੀ ਖਰਾਬ ਹੋਣਗੀਆਂ। ਇਹਨੂੰ ਕਿਵੇਂ ਹੱਲ ਕੀਤਾ ਜਾਵੇ? ਇਹਦੇ ਬਾਰੇ ਕਿਉਂ ਨਹੀਂ ਮਤਲਬ ਡਿਸਕੋਰਸ ਹੀ ਕਿਉਂ ਬੰਦ ਹੈ? ਦੇਖੋ ਜੰਮੂ ਸਾਹਿਬ, ਗੱਲ ਇਹ ਹੈਗੀ ਹੈ ਕਿ ਅਸੀਂ ਇਸ ਵੇਲੇ ਪੋਲੀਟੀਸ਼ੀਅਨਸ ਪੈਦਾ ਕਰ ਰਹੇ ਹਾਂ। ਉਹ ਪੋਲੀਟੀਸ਼ੀਅਨਸ ਜਿਨ੍ਹਾਂ ਦੀ ਅੱਖ ਜਿਹੜੀ ਹੈਗੀ ਹੈ ਉਹ ਸਾਡੇ ਰਿਸੋਰਸਿਸ ਦੇ ਉੱਪਰ ਹੈ। ਆਪਾਂ ਦੇਖ ਰਹੇ ਹਾਂ ਕਿ ਸਟੇਟ ਫਾਈਨੈਂਸ਼ੀਅਲੀ ਨਿਗਾਰ ਵੱਲ ਜਾ ਰਿਹਾ ਹੈ, ਲੇਕਿਨ ਪੋਲੀਟੀਸ਼ੀਅਨ ਜਿਹੜੇ ਹੈਗੇ ਆ ਉਹਨਾਂ ਦੇ ਕਰੋੜਾਂ ਰੁਪਏ ਬਰਕਰਾਰ ਹੈ। ਹਾਂਜੀ, ਆਪਾਂ ਦੇਖ ਰਹੇ ਹਾਂ ਕਿ ਪੋਲੀਟੀਸ਼ੀਅਨ ਜਿਹੜੇ ਹੈਗੇ ਆ, ਕਿਸੇ ਦੀ 200 ਕਰੋੜ ਦੀ ਪ੍ਰਾਪਰਟੀ ਹੈ, ਕਿਸੇ ਦੀ 100 ਕਰੋੜ ਦੀ, ਕਿਸੇ ਦੀ 20 ਕਰੋੜ ਦੀ, ਲੇਕਿਨ ਸਰਕਾਰ ਦੇ ਉੱਪਰ ਕਰਜ਼ਾ ਦੇ ਆਪਣੇ ਪੰਜਾਬ ਦੇ ਉੱਪਰ ਕਰਜ਼ਾ ਜਿਹੜਾ ਹੈਗਾ ਉਹ ਦੁੱਗਣਾ ਤਿੱਗਣਾ ਵਧੀ ਜਾ ਰਿਹਾ। ਇਹ ਇੱਕ ਬੜੀ ਤਕੜੀ ਵਿਡੰਬਨਾ ਹੈਗੀ ਹੈ। ਤੇ ਅਗਰ ਪੋਲੀਟੀਸ਼ੀਅਨ ਅਮੀਰ ਹੋ ਸਕਦਾ ਹੈ ਤਾਂ ਸਟੇਟ ਅਮੀਰ ਕਿਉਂ ਨਹੀਂ ਹੋ ਸਕਦਾ? ਸਾਡੀ ਪਾਲਿਸੀ ਮੇਕਿੰਗ ਦੇ ਵਿੱਚ ਕਿੱਥੇ ਪ੍ਰੋਬਲਮਸ ਹੈ ਜਿਨ੍ਹਾਂ ਨੂੰ ਸਾਨੂੰ ਐਡਰੈਸ ਜਿਹੜਾ ਹੈਗਾ ਕਰਨਾ ਚਾਹੀਦਾ ਹੈ, ਲੇਕਿਨ ਉਹ ਨਹੀਂ ਕੀਤਾ ਜਾ ਰਿਹਾ। ਔਰ ਇਹਦੇ ਨਾਲ ਹੀ ਇਹ ਵੀ ਜ਼ਰੂਰੀ ਹੈਗਾ ਕਿ ਆਪਾਂ ਜਿਹੜੇ ਪੋਲੀਟੀਸ਼ੀਅਨਸ ਪੈਦਾ ਕਰ ਰਹੇ ਹਾਂ ਉਹਨਾਂ ਵਿੱਚੋਂ ਸਟੇਟਸਮੈਨ ਲਾਈਕ ਕੋਈ ਬੰਦਾ ਪੈਦਾ ਨਹੀਂ ਕਰ ਰਿਹਾ ਜਿਹੜਾ ਕਿ ਪੈਟੀ ਪੋਲਿਟਿਕਸ ਤੋਂ ਪੈਟੀ ਜਿਹੜੀ ਦੂਸ਼ਣਬਾਜ਼ੀ ਹੈ ਉਹ ਤੋਂ ਉੱਠ ਕੇ ਸਟੇਟ ਦੇ ਬਾਰੇ ਗੱਲ ਕਰ ਸਕੇ। ਉਹ ਕੋਈ ਨਹੀਂ ਕਰ ਰਿਹਾ। ਸਭ ਜਿਹੜੇ ਹੈਗੇ ਜਿੰਨੇ ਵੀ ਪੋਲੀਟੀਸ਼ੀਅਨਸ ਹੈ ਉਹ ਆਪਣੀ ਪੋਲੀਟੀਕਲ ਫਿਊਚਰ ਨੂੰ ਸਾਹਮਣੇ ਰੱਖ ਕੇ ਆਪਣੀ ਸਿਆਸਤ ਕਰਦੇ ਆ, ਬਜਾਏ ਇਸੇ ਕਿ ਸਟੇਟ ਦੀ ਫਿਊਚਰ ਨੂੰ ਸਾਹਮਣੇ ਰੱਖ ਕੇ ਗੱਲ ਕਰ ਸਕਣ। ਇਹ ਅਗਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਡੈਫੀਨੇਟਲੀ ਅਸੀਂ ਹੋਰ ਜ਼ਿਆਦਾ ਥੱਲੇ ਜਾਵਾਂਗੇ। ਪਹਿਲਾਂ ਹੀ ਅਸੀਂ ਇੱਕ ਉੱਚੀ ਪੈਡੈਸਟਲ ਤੋਂ ਕਾਫੀ ਨੀਚੇ ਆ ਚੁੱਕੇ ਹਾਂ। ਡਾਕਟਰ ਸਾਹਿਬ, ਇੱਕ ਸੰਯੁਕਤ ਮੋਰਚੇ ਨੇ ਅੰਦੋਲਨ ਦੌਰਾਨ ਕੁਝ ਬੁਨਿਆਦੀ ਮੁੱਦੇ ਉਠਾਏ ਸੀ। ਹੁਣ ਵੀ ਉਹਨਾਂ ਮੈਨੀਫੈਸਟੋ ਜਾਰੀ ਕੀਤਾ ਜਿਹਦੇ ਵਿੱਚ ਬੁਨਿਆਦੀ ਮੁੱਦਿਆਂ ਦੀ ਗੱਲ ਕੀਤੀ ਗਈ ਹੈ, ਪਰ ਉਹਨਾਂ ਦੀ ਤਾਕਤ ਬਿਖਰਦੀ ਜਾ ਰਹੀ ਹੈ। ਇਹ ਮੁੱਦਿਆਂ ਦੀ ਰਾਜਨੀਤੀ ਕਰਕੇ ਜਾਂ ਕੋਈ ਹੋਰ ਕਾਰਨ? ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਸੰਯੁਕਤ ਸਮਾਜ ਮੋਰਚਾ ਹੈਗਾ ਉਹ ਇਨੀਸ਼ੀਅਲੀ ਜਿਸ ਵੇਲੇ ਬਣਾਇਆ ਗਿਆ ਇਹ ਨਿਕਲਿਆ ਕਿਹਦੇ ਵਿੱਚੋਂ? ਕਿਸਾਨ ਅੰਦੋਲਨ ਦੇ ਵਿੱਚੋਂ। ਹਾਂਜੀ, ਕਿਸਾਨ ਅੰਦੋਲਨ ਦੀਆਂ ਜਿਹੜੇ ਜਥੇਬੰਦੀਆਂ ਸੀਗੀਆਂ ਤਕਰੀਬਨ 32-33, ਉਹਨਾਂ ਵਿੱਚੋਂ ਜ਼ਿਆਦਾਤਰ ਜਿਹੜੇ ਹੈਗੀਆਂ ਉਹਨਾਂ ਨੇ ਕਿਹਾ, ਉਹਨਾਂ ਨੇ ਇਹਦੀ ਅਪਰੂਵਲ ਹੀ ਨਹੀਂ ਕੀਤੀ। ਹਾਂਜੀ, ਕਿਸਾਨ ਸਮਾਜ ਮੋਰਚੇ ਦੀ, ਜਿਹਦੀ ਵਜ੍ਹਾ ਕਰਕੇ ਇਹ ਬਖਰਾਓ ਹੋਇਆ। ਬਲਕਿ ਰੀਸੈਂਟਲੀ ਵੀ ਕਈ ਜਿਹੜੇ ਹੈਗੇ ਆ ਘਟਕ ਦਲ ਉਹਨੂੰ ਛੱਡ ਕੇ ਪਰੇ ਹੋ ਗਏ। ਹੁਣ ਰਹੀ ਗੱਲ ਉਹਨਾਂ ਦੇ ਮੈਨੀਫੈਸਟੋ ਦੀ, ਮੈਨੀਫੈਸਟੋ ਬਹੁਤ ਅੱਛੀ ਗੱਲ ਹੈ ਕਿ ਉਹ ਮੁੱਦੇ ਜਿਹੜੇ ਕਿ ਕਿਸਾਨ ਅੰਦੋਲਨ ਦੀ ਜਿਹੜਾ ਮੰਥਨ ਸੀਗਾ ਉਹਦੇ ਵਿੱਚੋਂ ਨਿਕਲੇ ਆ, ਉਹ ਮੁੱਦੇ ਤਾਂ ਆਉਣੇ ਚਾਹੀਦੇ ਆ, ਲੇਕਿਨ ਉਹ ਮੁੱਦੇ ਤਾਂ ਹੀ ਸਾਕਾਰ ਹੋਣਗੇ, ਤਾਂ ਹੀ ਇਹ ਮੈਨੀਫੈਸਟੋ ਇੰਪਲੀਮੈਂਟ ਹੋਏਗਾ ਅਗਰ ਉਹਨਾਂ ਕੋਲ ਨੰਬਰਸ ਆਉਣਗੇ, ਅਗਰ ਉਹਨਾਂ ਦੀ ਸਰਕਾਰ ਬਣੇਗੀ ਜਾਂ ਸਰਕਾਰ 'ਚ ਕੋਈ ਉਹਨਾਂ ਦੀ ਭਾਗੀਦਾਰੀ ਹੋਏਗੀ। ਇਹ ਤਾਂ ਹੁਣ ਇਲੈਕਸ਼ਨ ਦੇ ਬਾਅਦ ਪਤਾ ਲੱਗੇਗਾ ਕਿ ਮੈਨੀਫੈਸਟੋ ਹੀ ਰਹਿ ਜਾਂਦਾ ਹੈ ਜਾਂ ਮੈਨੀਫੈਸਟੋ ਦੀ ਕੋਈ ਇੰਪਲੀਮੈਂਟੇਸ਼ਨ ਹੋਏ ਵੀ। ਇਹ ਡਿਪੈਂਡ ਕਰਦਾ ਹੈ ਕਿ ਉਹਨਾਂ ਕੋਲ ਕਿੰਨੇ ਕੁ ਨੰਬਰਸ ਆਉਂਦੇ ਆ, ਕਿਆ ਉਹ
ਕਿੰਗ ਮੇਕਰ ਦੀ ਪੋਜੀਸ਼ਨ 'ਚ ਹੈ, ਕਿਆ ਉਹ ਸਰਕਾਰ ਬਣਾਉਣ ਦੀ ਪੋਜੀਸ਼ਨ 'ਚ ਹੈ। ਹਾਂ ਇੰਨਾ ਜ਼ਰੂਰ ਹੈਗਾ ਕਿ ਇਹ ਜਿਹੜਾ ਮੈਨੀਫੈਸਟੋ ਹੈ ਅਗਰ ਅੱਛੀ ਇੰਟੈਂਸ਼ਨ ਹੈ ਤਾਂ ਉਹਦਾ ਵੈਲਕਮ ਕਰਨਾ ਚਾਹੀਦਾ, ਨਾਲ ਹੀ ਇਹ ਵੀ ਦੇਖਣਾ ਚਾਹੀਦਾ ਹੈ ਕਿ ਕਿਆ ਵਾਕਈ ਇਹ ਇੰਪਲੀਮੈਂਟੇਬਲ ਹੈ ਜਾਂ ਨਹੀਂ ਹੈ। ਡਾਕਟਰ ਸਾਹਿਬ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਜਦੋਂ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਧਿਰ ਦੇ ਵਿੱਚ ਸੀਗੇ ਜਾਂ ਕਾਂਗਰਸ ਦੇ ਪ੍ਰਧਾਨ ਸੀ ਪੰਜਾਬ ਦੇ, ਉਹਨਾਂ ਨੇ ਵੀ ਇੱਕ ਮੈਨੀਫੈਸਟੋ ਜਾਰੀ ਕੀਤਾ ਸੀ ਜਿਹਦੇ 'ਚ ਉਹਨਾਂ ਕਿਹਾ ਸੀ ਵੀ ਅਸੀਂ ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ 2500 ਰੁਪਈਆ ਮਹੀਨਾ ਦੇਵਾਂਗੇ। ਉਹ ਪੌਣੇ 5 ਸਾਲ ਮੁੱਖ ਮੰਤਰੀ ਰਹੇ, ਉਹਨਾਂ ਨੂੰ ਇੱਕ ਵੀ ਪੰਜਾਬ ਦੇ ਵਿੱਚ ਅਜਿਹਾ ਬੇਰੁਜ਼ਗਾਰ ਨਹੀਂ ਗਾ ਜਿਹਨੂੰ ਉਹਨਾਂ ਨੇ 2500 ਰੁਪਈਆ ਦਿੱਤਾ ਜਾਵੇ। ਹੁਣ ਉਹਨਾਂ ਨੇ ਜਿਹੜਾ 11 ਨੁਕਾਤੀ ਪ੍ਰੋਗਰਾਮ ਉਧਰ ਬੀਜੇਪੀ ਸੰਯੁਕਤ ਅਕਾਲੀ ਦਲ ਤੇ ਜਿਹੜਾ ਕੈਪਟਨ ਦੀ ਪਾਰਟੀ, ਉਹਨਾਂ ਨੇ ਜਿਹੜਾ 11 ਨੁਕਾਤੇ ਜਾਰੀ ਕੀਤੇ, ਉਹਦੇ 'ਚ 4000 ਦਾ ਵਾਅਦਾ ਕੀਤਾ। ਜਿਹੜੇ ਪੌਣੇ 5 ਸਾਲ ਤੱਕ ਇੱਕ ਵੀ ਜੁਖ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਦੇ ਸਕੇ, ਹੁਣ ਉਹ 4000 ਦਾ ਵਾਅਦਾ ਕਰਦੇ ਆ। ਕੀ ਇਹ ਵਾਅਦਾ ਸਿਰਫ ਲਿਖਣ ਲਈ ਹੈ, ਦਿਖਾਉਣ ਲਈ ਹੈ ਕਿ ਲਾਗੂ ਨਹੀਂ ਪਿਛਲੀ ਵਾਰੀ ਨਹੀਂ ਕੀਤਾ, ਹੁਣ ਕੀ ਕੀਤਾ ਜਾਏਗਾ? ਜੰਮੂ ਸਾਹਿਬ ਗੱਲ ਇਹ ਹੈਗੀ ਹੈ ਕਿ ਤੁਸੀਂ ਦੇਖਿਆ ਹੋਊਗਾ ਕਿ ਡਿਫਰੈਂਟ ਪੋਲੀਟੀਕਲ ਪਾਰਟੀਆਂ ਅਜੀਬ ਕਿਸਮ ਦੇ ਵਾਅਦੇ ਕਰ ਰਹੀਆਂ। ਕੋਈ ਕਹਿ ਰਿਹਾ ਹੈ ਕਿ ਅਸੀਂ ਹਰ 18 ਸਾਲ ਤੋਂ ਉੱਪਰ ਦੀ ਵੂਮਨ ਨੂੰ 1000 ਰੁਪਇਆ ਮਹੀਨਾ ਦੇਵਾਂਗੇ। ਕੋਈ ਕਹਿ ਰਿਹਾ ਜੀ ਨਹੀਂ 1000 ਤਾਂ ਬਹੁਤ ਘੱਟ ਹੈ, ਇਹਨੇ ਤਾਂ ਗਲਤ ਕਿਹਾ, ਮੈਂ ਤਾਂ 2000 ਦਊਂਗਾ। ਹਾਂਜੀ, ਕਿਹੜਾ ਪੱਲਿਓਂ ਦੇਣਾ, ਕਿਹੜਾ ਜੇਬ ਚੋਂ ਦੇਣਾ, ਕਿਹੜਾ ਦੇਣਾ ਹੀ ਹੈ। ਨਾਲ ਸਿਲੰਡਰ ਵੀ ਕਹੇ, ਕੋਈ ਕਹਿੰਦਾ ਜੀ ਸਿਲੰਡਰ, ਕੋਈ ਕਹਿੰਦਾ ਚਾਹ ਦੀ ਪੱਤੀ, ਕੋਈ ਕਹਿੰਦਾ ਚੀਨੀ, ਕੋਈ ਕਹਿੰਦਾ ਆਟਾ ਦਾਲ ਸਕੀਮ, ਕੋਈ ਕੁਝ ਕਹਿ ਰਿਹਾ, ਕੋਈ ਕਹਿੰਦਾ ਜੀ ਸ਼ਗਨ ਸਕੀਮ, ਉਹ ਸਾਰਾ ਕੁਝ ਹੈ। ਉਹ ਭਾਈ ਮੇਰੇ ਇਹ ਤਾਂ ਦੱਸੋ ਵੀ ਪੈਸਾ ਕਿੱਥੋਂ ਆਊਗਾ? ਹਾਂਜੀ, ਤੁਸੀਂ ਉਸ ਸਟੇਟ ਦੇ ਵਿੱਚ ਇਹ ਫ੍ਰੀ ਬੀਜ ਵੰਡਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਲੁਭਾ ਰਹੇ ਹੋ ਵੋਟਰ ਨੂੰ, ਜਿਹਦਾ ਖੁਦ ਆਪਣਾ ਬੁਰਾ ਹਾਲ ਹੈ ਸਟੇਟ ਦਾ, ਔਰ ਜਿਸ ਸਟੇਟ ਦੇ ਵਿੱਚ ਰੈਵਨਿਊ ਦਾ ਤਕਰੀਬਨ 1/3 ਹਿੱਸਾ ਜਿਹੜਾ ਹੈਗਾ ਉਹ ਡੈਟ ਸਰਵਿਸਿਜ਼ ਦੇ ਵਿੱਚ ਚਲਾ ਜਾਂਦਾ ਹੈ। ਤੁਸੀਂ ਉਸ ਸਟੇਟ ਦੇ ਵਿੱਚ ਇਹ ਫ੍ਰੀ ਬੀਜ ਦੀ ਗੱਲ ਕਰ ਰਹੇ ਹੋ, ਤਾਂ ਇਹ ਤਾਂ ਜਨਤਾ ਨੂੰ ਪੁੱਛਣਾ ਚਾਹੀਦਾ ਵੀ ਭਾਈ ਸਾਹਿਬ ਤੁਸੀਂ ਇਹ ਗੱਲ ਕਿਵੇਂ ਕਰ ਰਹੇ ਹੋ। ਦੂਸਰੀ ਗੱਲ ਇਹ ਹੈਗੀ ਹੈ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਜੋ ਵਾਅਦੇ ਕੀਤੇ ਗਏ, ਚਾਹੇ ਉਹ ਕਰਜ਼ਾ ਮਾਫੀ ਦਾ ਸੀਗਾ, ਚਾਹੇ ਉਹ 2500 ਰੁਪਇਆ ਦੇਣ ਦਾ ਸੀਗਾ, ਇਹ ਖੁਦ ਉਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਹੈ ਕਿ ਅਸੀਂ ਪਿਛਲੀ ਵਾਰ ਵੀ ਆਹ ਵਾਅਦਾ ਕੀਤਾ ਸੀਗਾ, ਲੇਕਿਨ ਕਿਉਂ ਨਾ ਇਸ ਹਾਲਾਤ ਦੇ ਵਿੱਚ ਪੂਰਾ ਨਹੀਂ ਕਰਦਾ। ਜਨਤਾ ਨੂੰ ਵੀ ਪੁੱਛਣਾ ਚਾਹੀਦਾ ਕਿ ਭਾਈ ਉਹ ਵਾਅਦਾ ਜਿਸ ਵੇਲੇ ਤੁਸੀਂ ਕੀਤਾ ਸੀਗਾ ਉਸ ਵੇਲੇ ਵੀ ਤੁਹਾਨੂੰ ਪਤਾ ਸੀਗਾ ਦੇਸ਼ ਦੀ ਪ੍ਰਾਂਤ ਦੀ ਕੀ ਸਿਚੁਏਸ਼ਨ ਹੈਗੀ ਹੈ, ਸੂਬੇ ਦੀ ਫਾਈਨੈਂਸ਼ੀਅਲ, ਹੁਣ ਕਿਵੇਂ ਤੁਸੀਂ ਕਿਸ ਆਧਾਰ ਤੇ ਵਾਅਦਾ ਕਰ ਰਹੇ ਹੋ। ਇਸ ਕਰਕੇ ਜਨਤਾ ਦਾ ਕੰਮ ਹੈ ਕਿ ਆਪਣੀ ਜਾਗਰੂਕਤਾ ਨੂੰ ਸਾਹਮਣੇ ਲਿਆਉਂਦੇ ਹੋਏ ਇਹਨਾਂ ਪੋਲੀਟੀਸ਼ੀਅਨਸ ਨੂੰ ਸਵਾਲ ਕਰਨ ਸਟੇਜਾਂ ਤੋਂ, ਜਿਸ ਵੇਲੇ ਉਹਨਾਂ ਕੋਲ ਆਉਂਦੇ ਆ ਨੁੱਕੜ ਮੀਟਿੰਗਾਂ ਵਾਸਤੇ। ਅੱਜ ਕੱਲ੍ਹ ਵੱਡੀਆਂ ਰੈਲੀਆਂ ਤਾਂ ਹੋ ਨਹੀਂ ਰਹੀਆਂ, ਲੇਕਿਨ ਜਿੱਥੇ ਵੇਲੇ ਵੀ ਮਹੱਲੇ ਚ ਆਉਣ, ਉਹਨਾਂ ਨੂੰ ਇਹ ਸਵਾਲ ਪੁੱਛਣ ਤੇ ਉਹਨਾਂ ਨੂੰ ਬੈਕਫੁੱਟ ਤੇ ਰੱਖਣ ਕਿ ਤੁਸੀਂ ਇਦਾਂ ਭੱਜ ਨਹੀਂ ਸਕਦੇ ਕਿ ਫਿਰ ਬਾਅਦ ਦੇ ਵਿੱਚ ਕਹੋ ਜੀ ਇਹ ਤਾਂ ਜੁਮਲਾ ਸੀਗਾ, ਇਹ ਤਾਂ ਅਸੀਂ ਐਵੇਂ ਆਫ ਦਾ ਕਫ ਰਿਮਾਰਕਸ ਦਿੱਤੇ ਸੀਗੇ, ਇਹ ਉਹ ਫਿਰ ਬਾਅਦ ਦੇ ਵਿੱਚ ਇਹ ਫਿਰ ਕਹਿਣਗੇ ਜੀ ਖਜ਼ਾਨਾ ਖਾਲੀ ਸੀਗਾ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ। ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਨਤਾ ਨੂੰ ਪੁੱਛਣਾ ਚਾਹੀਦਾ। ਡਾਕਟਰ ਸਾਹਿਬ ਸੰਖੇਪ ਦੇ ਵਿੱਚ ਮੈਂ ਜਾਣਨਾ ਚਾਹੂੰ, ਕੁਝ ਥਾਵਾਂ ਦੇ ਵਿੱਚ ਪੰਜਾਬ ਦੇ ਕਈ ਹਲਕਿਆਂ ਦੇ ਵਿੱਚ ਲੋਕਾਂ ਨੇ ਜਦੋਂ ਉਮੀਦਵਾਰ ਜਾਂਦੇ ਵੱਖ-ਵੱਖ ਪਾਰਟੀਆਂ ਦੇ, ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਪਿਛਲੀ ਵਾਰੀ ਆਹ ਵਾਅਦਾ ਕੀਤਾ ਸੀ, ਇਹ ਪੂਰਾ ਨਹੀਂ ਕੀਤਾ, ਤੁਸੀਂ ਇਸ ਮਾਮਲੇ ਤੇ ਸਾਡੇ ਖਿਲਾਫ ਚੱਲਦੇ ਰਹੇ ਹੋ। ਇਹ ਕੁਝ ਪੰਜਾਬ ਦੇ ਕਈ ਹਲਕਿਆਂ ਦੇ ਵਿੱਚ ਇਹ ਗੱਲ ਹੋਈ ਹੈ। ਮੇਰਾ ਖਿਆਲ ਇਹ ਚੰਗਾ ਵਰਤਾਰਾ ਹੈ, ਮੇਰਾ ਖਿਆਲ ਇਹਦਾ ਤਾਂ ਵੈਲਕਮ ਹੀ ਕਰਨਾ ਚਾਹੀਦਾ। ਇਹਦਾ ਬਿਲਕੁਲ ਵੈਲਕਮ ਕਰਨਾ ਚਾਹੀਦਾ। ਡੈਮੋਕ੍ਰੇਸੀ ਦਾ ਮਤਲਬ ਹੀ ਹੈ, ਡੈਮੋਕ੍ਰੇਸੀ ਜਦ ਆਪਾਂ ਕਹਿੰਦੇ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਦੇ ਪ੍ਰਤੀ ਰਿਸਪੌਂਸਿਬਲ ਹੈ, ਜਵਾਬਦੇਹ ਹੈ, ਤਾਂ ਜਵਾਬਦੇਹੀ ਬਣਦੀ ਹੈ। ਔਰ ਇਹ ਜਵਾਬਦੇਹੀ ਦਾ ਮਤਲਬ ਜਿਹੜਾ ਹੈਗਾ ਉਹ ਕੇਵਲ ਇਲੈਕਸ਼ਨ ਦੇ ਟਾਈਮ ਤਾਂ ਹੈ ਹੀ, ਕਿਉਂਕਿ ਇਸ ਵੇਲੇ ਵੋਟਾਂ ਲੈਣੀਆਂ ਉਹਨਾਂ ਨੇ। ਅਦਰਵਾਈਜ਼ ਹਮੇਸ਼ਾ ਰੱਖਣਾ ਚਾਹੀਦਾ, ਕਿਉਂਕਿ ਇੱਕ ਜਾਗਰੂਕ ਨਾਗਰਿਕ ਹੀ ਵਧੀਆ ਡੈਮੋਕ੍ਰੇਸੀ ਨੂੰ ਸਿਰਜ ਸਕਦਾ ਹੈ। ਹਾਂਜੀ, ਅਗਰ ਲੋਕ ਸੋਚਣਗੇ ਤਾਂ ਡੈਮੋਕ੍ਰੇਸੀ ਕਦੇ ਵੀ ਕੰਮ ਨਹੀਂ ਕਰੂਗੀ। ਫਿਰ ਕੋਈ ਅਕਾਊਂਟੇਬਿਲਿਟੀ ਜਾਂ ਰਿਸਪੌਂਸਿਬਿਲਿਟੀ ਲੋਕਾਂ ਦੇ ਪ੍ਰਤੀ ਦਾਇਤਵ ਕੋਈ ਨਹੀਂ ਰਹੇਗਾ। ਫਿਰ ਪੋਲੀਟੀਸ਼ੀਅਨ ਆਪਣੀ ਮਰਜ਼ੀ ਕਰੇਗਾ। ਮੈਨੂੰ ਵੀ ਦੇਖਣ ਚ ਆਇਆ ਹੈ ਕਿ ਕਈ ਜਗ੍ਹਾ ਦੇ ਉੱਪਰ ਸਵਾਲ ਕੀਤੇ ਗਏ, ਔਰ ਕਈ ਜਗ੍ਹਾ ਜਿਹੜੇ ਪੋਲੀਟੀਸ਼ੀਅਨ ਨੂੰ ਸਵਾਲ ਕੀਤਾ ਉਹ ਨਾਰਾਜ਼ ਹੋ ਗਿਆ, ਕਈ ਜਗ੍ਹਾ ਮਤਲਬ ਗਾਲਾਂ ਵੀ ਕੱਢਤੀਆਂ ਵੀ ਮੈਨੂੰ ਤੇਰੇ ਵੋਟ ਦੀ ਲੋੜ ਨਹੀਂ ਹੈ। ਤਾਂ ਉਹ
ਜਿਹੜੀ ਹੈਗੀ ਆ ਇਹ ਵੀ ਡਿਸਕੋਰਸ ਦਾ ਪਾਰਟ ਹੈ ਕੈਂਪੇਨਿੰਗ ਦੀ। ਤੇ ਲੇਕਿਨ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਹਾਂ ਕਿ ਲੋਕਾਂ ਦੇ ਸਾਹਮਣੇ ਜਵਾਬਦੇਹੀ ਬਣਦੀ ਹੈ ਔਰ ਲੋਕਾਂ ਨੂੰ ਇਨਕਰੀਜ਼ਿੰਗਲੀ ਇਹ ਸਵਾਲ ਪੁੱਛਣੇ ਚਾਹੀਦੇ ਆ ਕਿ ਭਾਈ ਦੱਸੋ ਤੁਹਾਡੇ ਕੋਲ ਕਿਹੜੀ ਗਿੱਦੜ ਸਿੰਘੀ ਹੈ ਜਿਹਨੂੰ ਲਾ ਕੇ ਤੁਸੀਂ ਇਹ ਸਾਰੇ ਮਸਲਿਆਂ ਦਾ ਹੱਲ ਕਰਨਾ ਚਾਹੁੰਦੇ ਹੋ, ਔਰ ਪਹਿਲਾਂ ਇਹ ਗਿੱਦੜ ਸਿੰਘੀ ਕਿਉਂ ਫੇਲ ਹੋ ਗਈ ਜਦ ਪਿਛਲੀ ਵਾਰ ਆਏ ਤੇ ਉਸ ਵੇਲੇ ਵੀ ਤੁਸੀਂ ਵਾਅਦੇ ਕੀਤੇ ਸੀ। ਠੀਕ ਹੈ ਡਾਕਟਰ ਸਾਹਿਬ, ਸਾਡੇ ਸ਼ੋਅ 'ਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ ਹਾਂ। ਧੰਨਵਾਦ।